ਹਾਂਜੀ ਦੋਸਤੋ, ਗੁਰੂ ਸਟੱਡੀ ਪੁਆਇੰਟ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਜੀ। ਜੀਕੇ ਦੇ ਨਾਲ ਸੰਬੰਧਿਤ ਲੈ ਕੇ ਆਏ ਹਾਂ ਅੱਜ ਦੇ ਆਪਣਾ ਪ੍ਰਸ਼ਨ ਨੇ। ਸੋ ਇਹ ਆਪਾਂ ਲਾਰਡ ਕਰਨੇ ਆ ਜੀ। ਅੱਜ ਗਵਰਨਰ ਜਨਰਲ ਸੀ ਜਿਹੜੇ ਲਾਰਡ ਸੀਗੇ ਬ੍ਰਿਟਿਸ਼ ਇੰਡੀਆ ਕੰਪਨੀ ਦੇ ਵਿੱਚ। ਸ਼ੁਰੂ ਤੋਂ ਆਪਾਂ ਕਰਾਂਗੇ ਲਾਰਡ ਕਲਾਈਵ ਤੋਂ। ਇਸੇ ਤਰ੍ਹਾਂ ਆਪਾਂ ਸਾਰੇ ਇਹ ਜਿੰਨੇ ਇੰਪੋਰਟੈਂਟ ਨੇ ਲਾਰਡ ਉਹ ਸਾਰੇ ਕਵਰ ਕਰ ਦਿੰਦੇ ਆ, ਕਿਉਂਕਿ ਇਹਨਾਂ ਨਾਲ ਸੰਬੰਧਿਤ ਮਾਡਰਨ ਹਿਸਟਰੀ ਦੇ ਵਿੱਚੋਂ ਪ੍ਰਸ਼ਨ ਪੁੱਛੇ ਜਾਂਦੇ ਨੇ ਜੀ। ਇਹਨਾਂ ਨੇ ਕੀ ਕੰਮ ਕੀਤੇ ਸੀ, ਇਹਨਾਂ ਨੇ ਚੰਗੇ ਕੰਮ ਕਿਹੜੇ ਕੀਤੇ, ਇਹਨਾਂ ਨੇ ਮਾੜੇ ਕੰਮ ਕਿਹੜੇ ਕੀਤੇ, ਕਿਹੜਾ ਸਖਤ ਸੀ, ਕਿਹੜਾ ਥੋੜ੍ਹਾ ਸੌਫਟ ਸੀਗਾ, ਕਿਹੜੀਆਂ ਨੀਤੀਆਂ ਕਿਹੜੇ ਲਾਰਡ ਨੇ ਲੈ ਕੇ ਆਂਦੀਆਂ, ਕਿਹੜੇ ਕਿਹੜੇ ਕੰਮ ਕੀਤੇ। ਸੋ ਇਹ ਆਪਾਂ ਹੌਲੀ ਹੌਲੀ ਵੀਡੀਓ ਦੇ ਥਰੂ, ਲੈਕਚਰ ਦੇ ਥਰੂ ਆਪਾਂ ਸਾਰੇ ਲਾਰਡ ਕਵਰ ਕਰਾਂਗੇ ਜੀ। ਜੁੜੇ ਰਹੋ ਚੈਨਲ ਦੇ ਨਾਲ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੈਰੀ ਇੰਪੋਰਟੈਂਟ ਹੋਣਗੇ ਜੀ ਇਹ ਤੁਹਾਡੇ ਲਈ। ਥੋੜ੍ਹਾ ਜਿਹਾ ਤੁਹਾਨੂੰ ਸਮਝਣਾ ਪਊਗਾ ਇਹਨੂੰ। ਜਿਵੇਂ ਲਾਰਡ ਕਲਾਈਵ ਹੈ, ਆਪਾਂ ਸ਼ੁਰੂ ਕਰ ਦਿਆਂਗੇ। ਲਾਰਡ ਕਲਾਈਵ ਹੈ ਜੀ, ਜਿਹੜਾ ਇਹਦਾ ਸਮਾਂ ਸੀ, ਕਈ ਵਾਰ ਸਮਾਂ ਪੁੱਛ ਲੈਂਦਾ। 1757 ਤੋਂ 1760 ਇਹਦਾ ਸਮਾਂ ਹੋ ਗਿਆ। ਬਾਕੀ ਇਹਦੇ ਬਾਰੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਸੀ, ਲਾਰਡ ਕਲਾਈਵ ਨੇ ਕੀ ਕੀਤਾ ਸੀ ਉਹ ਆਪਾਂ ਪੜ੍ਹਦੇ ਹਾਂ। ਭਾਰਤ ਵਿੱਚ ਕੰਪਨੀ ਦੇ ਕਲਰਕ ਵਜੋਂ ਆਇਆ ਸੀ ਜੀ ਇਹ। ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਦਾ ਸੰਸਥਾਪਕ ਜਾਂ ਮੋਢੀ ਕਿਹਾ ਜਾਂਦਾ ਹੈ। ਜੇ ਪੁੱਛਿਆ ਜਾਂਦਾ ਵੀ ਭਾਰਤ ਦੇ ਵਿੱਚ ਅੰਗਰੇਜ਼ੀ ਸਾਮਰਾਜ ਦਾ ਸੰਸਥਾਪਕ ਕੌਣ ਸੀ, ਮੋਢੀ ਕੌਣ ਸੀ, ਤਾਂ ਲਾਰਡ ਕਲਾਈਵ ਆਨਸਰ ਆਊਗਾ। ਅਤੇ ਇਹ ਪਲਾਸੀ ਦੇ ਯੁੱਧ ਨੂੰ ਜਿੱਤਣ ਵਾਲਾ ਵੀ ਸੀ ਜੀ। ਪਲਾਸੀ ਦਾ ਯੁੱਧ ਲਾਰਡ ਕਲਾਈਵ ਨੇ ਜਿੱਤਿਆ ਸੀਗਾ ਸਿਰਾਜੂਦੌਲਾ ਦੇ ਨਾਲ। 1757 ਦੇ ਵਿੱਚ ਲੜਾਈ ਹੋਈ ਸੀ ਪਲਾਸੀ ਦੀ। ਸੋ ਇਹ ਲਾਰਡ ਕਲਾਈਵ ਨੇ ਆਪਣੀਆਂ ਫੌਜਾਂ ਦਾ ਅੰਗਰੇਜ਼ੀ ਸਾਮਰਾਜ ਵੱਲੋਂ ਅਗਵਾਈ ਕੀਤੀ ਸੀ। ਸੋ ਇਹਨੇ ਇਲਾਹਾਬਾਦ ਦੀ ਸੰਧੀ ਕੀਤੀ ਜੀ। ਆਪਾਂ ਹਰ ਇੱਕ ਗੱਲ ਨੂੰ ਤੁਹਾਡੇ ਨਾਲ ਸਾਹਮਣੇ ਡਿਸਕਸ ਕਰਾਂਗੇ। ਇਲਾਹਾਬਾਦ ਦੀ ਸੰਧੀ ਕੀਤੀ। ਇਲਾਹਾਬਾਦ ਦੀ ਸੰਧੀ ਤੋਂ ਬਾਅਦ ਬਕਸਰ ਦਾ ਯੁੱਧ ਜਿੱਤਿਆ ਜੀ ਇਹਨੇ। 2 ਵਾਰ ਬੰਗਾਲ ਦਾ ਸੂਬੇਦਾਰ ਬਣਿਆ। ਇਹ ਵੈਰੀ ਇੰਪੋਰਟੈਂਟ ਆ ਜੀ। 2 ਵਾਰ ਬੰਗਾਲ ਦਾ ਸੂਬੇਦਾਰ ਬਣਿਆ ਜੀ ਇਹ। ਬੰਗਾਲ ਵਿੱਚ ਇਹਨੇ ਦੋਹਰੀ ਸ਼ਾਸਨ ਵਿਵਸਥਾ ਲਾਗੂ ਕੀਤੀ ਸੀ। ਸੋ ਅੰਗਰੇਜ਼ ਅਧਿਕਾਰੀਆਂ ਨੂੰ ਨਿੱਜੀ ਵਪਾਰ ਅਤੇ ਤੋਹਫੇ ਲੈਣ ਤੋਂ ਰੋਕ ਲਗਾਤੀ ਸੀ। ਵੈਰੀ ਇੰਪੋਰਟੈਂਟ ਹੈ ਜੀ ਇਹ ਗੱਲ, ਧਿਆਨ 'ਚ ਰੱਖਣਾ। ਇਹ ਇੱਕ ਅਜਿਹਾ ਬੰਦਾ ਸੀਗਾ ਲਾਰਡ ਕਲਾਈਵ, ਜਿਹਨੇ ਮਤਲਬ ਅੰਗਰੇਜ਼ੀ ਅਧਿਕਾਰੀਆਂ ਨੂੰ ਤੋਹਫੇ ਲੈਣ 'ਤੇ ਰੋਕ ਲਾਤੀ ਸੀ। ਨਿੱਜੀ ਵਪਾਰ ਕਰਨ, ਪਰਸਨਲੀ ਵਪਾਰ ਕਰਨ ਲੱਗ ਜਾਂਦੇ ਸੀਗੇ ਉਹ ਕੰਪਨੀ ਤੋਂ ਹਟ ਕੇ। ਜਿਹੜੇ ਅੰਗਰੇਜ਼ ਅਧਿਕਾਰੀ, ਉਹਨਾਂ ਦੇ ਇਹ ਰੋਕ ਲਾਤੀ ਸੀ ਇਹਨੇ। ਸੋ ਸੈਨਿਕਾਂ ਨੂੰ ਮਿਲਣ ਵਾਲੇ ਤੋਹਫੇ ਬੰਦ ਕਰ ਦਿੱਤੇ ਸੀਗੇ ਲਾਰਡ ਕਲਾਈਵ ਨੇ ਜੀ। ਦੂਜੀ ਵਾਰ ਇਹ 1765 ਤੋਂ 1767 ਦੇ ਵਿੱਚ ਲਾਰਡ ਦੇ ਤੌਰ 'ਤੇ ਭਾਰਤ ਦੇ ਵਿੱਚ ਆਇਆ ਸੀ। ਸੋ ਇਹ ਸਾਰੀ ਹਿਸਟਰੀ ਬਣ ਗਈ ਇਸ ਦੀ ਲਾਰਡ ਕਲਾਈਵ ਦੀ। ਲਾਰਡ ਕਲਾਈਵ ਦਾ ਤੁਸੀਂ ਆਹ ਸਮਾਂ ਨੋਟ ਕਰ ਲੈਣਾ। ਮੋਟੀਆਂ ਮੋਟੀਆਂ ਗੱਲਾਂ ਇਹਦੇ ਵਿੱਚ ਇੰਪੋਰਟੈਂਟ ਨੇ ਜਿਹੜੀਆਂ ਉਹ ਨੋਟ ਕਰਨਾ। ਸੰਸਥਾਪਕ ਮੋਢੀ ਜ਼ਰੂਰ ਤੁਸੀਂ ਧਿਆਨ 'ਚ ਰੱਖਣਾ ਅੰਗਰੇਜ਼ੀ ਸਾਮਰਾਜ ਦਾ ਭਾਰਤ ਦੇ ਵਿੱਚ। ਸੋ ਪਲਾਸੀ ਦਾ ਯੁੱਧ ਜਿੱਤਿਆ ਸੀ ਇਹਨੇ। ਇਲਾਹਾਬਾਦ ਦੀ ਸੰਧੀ, ਬਕਸਰ ਦਾ ਯੁੱਧ ਜਿੱਤਿਆ। ਬੰਗਾਲ ਦਾ ਸੂਬੇਦਾਰ ਬਣਿਆ ਜੀ 2 ਵਾਰ। ਸੋ ਦੋਹਰੀ ਸ਼ਾਸਨ ਪ੍ਰਣਾਲੀ ਵਿਵਸਥਾ ਸ਼ੁਰੂ ਕੀਤੀ ਬੰਗਾਲ ਦੇ ਵਿੱਚ। ਅੰਗਰੇਜ਼ ਅਧਿਕਾਰੀਆਂ ਨੂੰ ਇਹ ਜ਼ਰੂਰ ਨੋਟ ਕਰਨਾ, ਅੰਗਰੇਜ਼ ਅਧਿਕਾਰੀਆਂ ਨੂੰ ਇਹਨੇ ਨਿੱਜੀ ਵਪਾਰ ਕਰਨ, ਮਤਲਬ ਅੰਗਰੇਜ਼ ਸੀ ਜਿਹੜੇ ਅਧਿਕਾਰੀ ਸੀ, ਥੋੜ੍ਹੀ ਜਿਹੀ ਪੈਂਠ ਰੱਖਦੇ ਸੀ, ਥੋੜ੍ਹੀ ਜਿਹੀ ਮਤਲਬ ਜੁਰਤ ਰੱਖਦੇ ਸੀ। ਉਹ ਆਪਦਾ ਨਿੱਜੀ ਵਪਾਰ ਕਰਨ ਲੱਗ ਜਾਂਦੇ ਸੀ ਕੰਪਨੀ ਤੋਂ ਅਲੱਗ ਹੋ ਕੇ। ਸੋ ਤੋਹਫੇ ਲੈਂਦੇ ਸੀਗੇ ਲੋਕਾਂ ਤੋਂ। ਸੋ ਇਹ ਸਾਰਿਆਂ 'ਤੇ ਰੋਕ ਲਾਤੀ ਸੀ। ਸੈਨਿਕ ਸੀ ਜਿਹੜੇ, ਉਹਨਾਂ ਨੂੰ ਭੱਤੇ ਮਿਲਦੇ ਸੀ, ਦੋਹਰੇ ਭੱਤੇ ਉਹਨੇ ਬੰਦ ਕਰ ਦਿੱਤੇ ਗਏ ਸੀ। ਸੋ ਇਹ ਸੀ ਸਾਰਾ ਜੀਵਨ, ਸਾਰਾ ਕੰਮ ਲਾਰਡ ਕਲਾਈਵ ਦਾ। ਅਗਲਾ ਦੇਖਦੇ ਹਾਂ, ਅਗਲਾ ਕਿਹੜਾ ਸੀਗਾ ਲਾਰਡ ਜੀ? ਵਾਰਨ ਹੇਸਟਿੰਗ। ਅਗਲਾ ਆ ਗਿਆ ਸੀ ਜੀ ਵਾਰਨ ਹੇਸਟਿੰਗ। 1772 ਤੋਂ 1785 ਤੱਕ ਇਹਦਾ ਸਮਾਂ ਸੀਗਾ ਵਾਰਨ ਹੇਸਟਿੰਗ ਦਾ। ਕੰਪਨੀ ਦੇ ਲਿਖਾਰੀ ਵਜੋਂ ਭਾਰਤ ਦੇ ਵਿੱਚ ਆਇਆ ਸੀ। ਲੇਖਕ ਸੀਗਾ ਜੀ ਇਹ। ਦੋਹਰੀ ਸ਼ਾਸਨ ਵਿਵਸਥਾ ਨੂੰ ਖਤਮ ਕੀਤਾ। ਦੇਖੋ, ਉਹਨੇ ਲਾਰਡ ਕਲਾਈਵ ਨੇ ਦੋਹਰੀ ਸ਼ਾਸਨ ਵਿਵਸਥਾ ਸ਼ੁਰੂ ਕੀਤੀ ਸੀ, ਇਹਨੇ ਖਤਮ ਕਰਤੀ ਆ ਕੇ ਦੋਹਰੀ ਸ਼ਾਸਨ ਵਿਵਸਥਾ। ਬੰਗਾਲ ਵਿੱਚ ਕਲੈਕਟਰਾਂ ਦੀ ਨਿਯੁਕਤੀ ਕਰਨ ਵਾਲਾ ਸੀਗਾ। ਦੀਵਾਨੀ ਅਤੇ ਫੌਜਦਾਰੀ ਅਦਾਲਤਾਂ ਦਾ ਸੰਸਥਾਪਕ। ਸੋ ਦੀਵਾਨੀ ਅਤੇ ਫੌਜਦਾਰੀ ਅਦਾਲਤਾਂ ਸੀ ਜਿਹੜੀ, ਉਹਨਾਂ ਦੀ ਸਥਾਪਨਾ ਕੀਤੀ ਸੀ। ਲਗਾਨ ਇਕੱਠਾ ਕਰਨ ਲਈ ਠੇਕੇਦਾਰੀ ਵਿਵਸਥਾ ਸ਼ੁਰੂ ਕੀਤੀ ਇਹਨੇ। ਸੋ ਜਿਹੜਾ ਲਗਾਨ ਇਕੱਠਾ ਕਰਦੇ ਹੁੰਦੇ ਸੀਗੇ ਆਪਾਂ, ਮਤਲਬ ਕਿਸਾਨਾਂ ਤੋਂ, ਖੇਤਾਂ ਦੇ ਨਾਲ ਸੰਬੰਧਿਤ, ਫਸਲਾਂ ਦੇ ਨਾਲ ਸੰਬੰਧਿਤ, ਉਹਦੇ ਨਾਲ ਸਿੱਧਾ ਇਹਨੇ ਠੇਕੇ ਵਾਲਾ ਸਿਸਟਮ ਸ਼ੁਰੂ ਕਰਤਾ ਸੀਗਾ। ਠੇਕੇਦਾਰੀ ਵਿਵਸਥਾ ਸ਼ੁਰੂ ਕਰਤੀ ਸੀ ਇਹਨੇ। ਸਿੱਧੀ ਜ਼ਮੀਨ ਠੇਕੇ 'ਤੇ ਦੇ ਦਿਓ, 10 ਸਾਲਾਂ ਲਈ, 5 ਸਾਲਾਂ ਲਈ ਸਿੱਧਾ ਲਗਾਨ ਇਹਨਾਂ ਦੇ ਖਜ਼ਾਨੇ 'ਚ ਆ ਜਾਂਦਾ ਸੀ। ਸੋ ਅਗਲਾ ਗਾ ਦੇਖੋ, ਅਗਲਾ ਪੁਆਇੰਟ ਆ ਗਿਆ ਜ਼ਿਮੀਂਦਾਰਾਂ ਤੋਂ ਨਿਆਂ ਕਰਨ ਦਾ ਅਧਿਕਾਰ ਖੋਹਣ ਵਾਲਾ। ਵੈਰੀ ਇੰਪੋਰਟੈਂਟ ਹੈ ਜੀ। ਮਤਲਬ ਪਹਿਲਾਂ ਨਾ ਜਿਹੜੇ ਜ਼ਿਮੀਂਦਾਰ ਹੁੰਦੇ ਸੀ, ਲੈਂਡਲੋਰਡ ਬੰਦੇ ਹੁੰਦੇ ਸੀ, ਵੱਡੇ ਹੁੰਦੇ ਸੀਗੇ ਪੂੰਜੀਪਤੀ ਜ਼ਿਮੀਂਦਾਰ, ਜਿਨ੍ਹਾਂ ਨੂੰ ਜ਼ਿਮੀਂਦਾਰ ਬੋਲਿਆ ਜਾਂਦਾ ਸੀ, ਉਹ ਵੀ ਆਪਦੇ ਪੱਧਰ 'ਤੇ ਫੈਸਲੇ ਕਰ ਦਿੰਦੇ ਸੀ, ਨਿਆਂ ਕਰ ਦਿੰਦੇ ਸੀ ਝਗੜਿਆਂ ਦਾ। ਸੋ ਮਤਲਬ ਬ੍ਰਿਟਿਸ਼ ਇੰਡੀਆ ਕੰਪਨੀ ਦੇ ਅਧਿਕਾਰ ਦੇ ਖੇਤਰ ਵਿੱਚ ਆਉਣ ਹੀ ਨਹੀਂ ਦਿੰਦੇ ਸੀ ਗੱਲ ਨੂੰ। ਸੋ ਉਹਨਾਂ ਤੋਂ ਇਹਨੇ ਅਧਿਕਾਰ ਇਹ ਖੋਹ ਲਿਆ ਸੀ। ਇਸ ਦੇ ਕਾਰਜਕਾਲ ਵਿੱਚ 1773, ਵੈਰੀ ਇੰਪੋਰਟੈਂਟ ਹੈ ਜੀ ਇਹ, ਈਸਵੀ ਵਿੱਚ ਰੈਗੂਲੇਟਿੰਗ ਐਕਟ ਪਾਸ ਹੋਇਆ। ਵਾਰਨ ਹੇਸਟਿੰਗ
ਹੇਸਟਿੰਗ ਦੇ ਸਮੇਂ ਦੇ ਵਿੱਚ 1773 ਈਸਵੀ ਦੇ ਵਿੱਚ ਰੈਗੂਲੇਟਿੰਗ ਐਕਟ ਪਾਸ ਹੋਇਆ, ਜਿਹਦੇ ਤਹਿਤ ਹੀ ਸੁਪਰੀਮ ਕੋਰਟ ਬਣੀ ਸੀ। ਸੋ ਅੱਗੇ ਆਪਾਂ ਦੇਖਦੇ ਹਾਂ ਹੋਰ ਇਹਦੇ ਕੀ ਕੰਮ ਸੀਗੇ। ਸੋ ਇਹਨੇ ਜੀ ਪਹਿਲਾ ਅੰਗਰੇਜ਼ ਮੈਸੂਰ ਅਤੇ ਦੂਜਾ ਅੰਗਰੇਜ਼ ਮੈਸੂਰ ਜਿੱਤਿਆ। ਸੋ ਮੈਸੂਰ ਦੇ ਨਾਲ ਮਤਲਬ ਹੈਦਰ ਅਲੀ ਅਤੇ ਟੀਪੂ ਸੁਲਤਾਨ ਦੇ ਨਾਲ ਜਿਹੜੇ ਮੈਸੂਰ ਦੇ ਵਿੱਚ ਅੰਗਰੇਜ਼ਾਂ ਦੇ 3 ਯੁੱਧ ਹੋਏ। ਸੋ ਇਹ ਤਿੰਨਾਂ ਦੇ ਵਿੱਚੋਂ ਪਹਿਲੇ 2 ਯੁੱਧਾਂ ਦੇ ਵਿੱਚ ਇਹ ਸੀਗਾ ਵਾਰਨ ਹੇਸਟਿੰਗ ਦੇ ਵਿੱਚ ਸ਼ਾਮਲ ਸੀ, ਇਸੇ ਨੇ ਇਹ ਜਿੱਤੇ ਸੀ। ਬੋਰਡ ਆਫ ਰੈਵਨਿਊ ਦੀ ਸਥਾਪਨਾ ਕੀਤੀ। ਬ੍ਰਿਟਿਸ਼ ਸੰਸਦ ਵਿੱਚ ਇਸ 'ਤੇ ਮਹਾਭਿਯੋਗ ਚਲਾਇਆ ਗਿਆ। ਸੋ ਬ੍ਰਿਟਿਸ਼ ਸਰਕਾਰ ਵੱਲੋਂ ਇਹ 'ਤੇ ਨਾ ਇਹਦੀ ਗੁਸਤਾਖੀ ਕਰਕੇ, ਇਸਦੇ ਥੋੜ੍ਹੀਆਂ ਘਾਟਾਂ ਕਰਕੇ ਮਹਾਭਿਯੋਗ ਲਗਾਇਆ ਗਿਆ ਸੀ ਅਤੇ ਹੈਦਰ ਅਲੀ ਦਾ ਇਹ ਸਮਕਾਲੀ ਸੀ। ਆਪਾਂ ਤੁਹਾਨੂੰ ਦੱਸਤਾ ਹੈਦਰ ਅਲੀ ਦਾ ਤਾਂ ਸਮਕਾਲੀ ਬਣਨਾ ਹੀ ਸੀ ਜਦੋਂ ਮੈਸੂਰ ਦਾ ਯੁੱਧ ਲੜਿਆ ਸੀ ਇਹਨੇ। ਸੋ ਇਸ ਦੇ ਕਾਰਜਕਾਲ ਵਿੱਚ ਪਿਟਸ ਇੰਡੀਆ ਐਕਟ ਪਾਸ ਹੋਇਆ। ਪਿਟਸ ਮਤਲਬ ਉਦੋਂ ਪਿਟਸ ਨਾਂ ਦਾ ਜਿਹੜਾ ਇਨਸਾਨ ਸੀਗਾ ਉਹ ਇੰਗਲੈਂਡ ਦਾ ਪ੍ਰਧਾਨ ਮੰਤਰੀ ਸੀ, ਉਹਦੇ ਨਾਂ 'ਤੇ ਹੀ ਪਿਟਸ ਇੰਡੀਆ ਐਕਟ ਪਾਸ ਹੋਇਆ ਸੀਗਾ ਵਾਰਨ ਹੇਸਟਿੰਗ ਦੇ ਸਮੇਂ 1784 ਦੇ ਵਿੱਚ। ਸੋ ਬੋਰਡ ਆਫ ਕੰਟਰੋਲ ਦੀ ਸਥਾਪਨਾ ਹੋਈ। ਇਸੇ ਤਰ੍ਹਾਂ 1772 ਤੋਂ 1785 ਦਾ ਸਮਾਂ ਸੀਗਾ। ਮੇਨ ਗੱਲ ਇਹਦੇ ਵਿੱਚ ਕੀ ਸੀ, ਪਹਿਲੀ ਗੱਲ ਤਾਂ ਇਹਦੇ ਮੈਸੂਰ ਦੇ ਦੋਨੇ ਯੁੱਧ ਲੜੇ ਸੀ। ਸੋ ਇਹਦੇ ਕਾਲ ਦੇ ਵਿੱਚ 1773 ਵਿੱਚ ਰੈਗੂਲੇਟਿੰਗ ਐਕਟ ਪਾਸ ਹੋਇਆ। ਫਿਰ 1784 ਦੇ ਵਿੱਚ ਇਸੇ ਦੇ ਸਮੇਂ ਜਾ ਕੇ ਮਤਲਬ ਪਿਟਸ ਇੰਡੀਆ ਐਕਟ ਪਾਸ ਹੋਇਆ। 3-4 ਗੱਲਾਂ ਤੁਸੀਂ ਇਹਦੇ ਨਾਲ ਸੰਬੰਧਿਤ ਯਾਦ ਰੱਖਣੀਆਂ। ਦੋਹਰੀ ਸ਼ਾਸਨ ਵਿਵਸਥਾ ਇਹਨੇ ਖਤਮ ਕਰ ਦਿੱਤੀ ਸੀ, ਜਿਹੜੀ ਲਾਰਡ ਕਲਾਈਵ ਨੇ ਸ਼ੁਰੂ ਕੀਤੀ ਸੀ। ਅਗਲਾ ਦੇਖਦੇ ਹਾਂ ਜੀ, ਅਗਲਾ ਕਿਹੜਾ ਸੀ ਲਾਰਡ ਮਸ਼ਹੂਰ। ਆਪਾਂ ਇਹ ਸੈਸ਼ਨ ਦੇ ਹਿਸਾਬ ਨਾਲ ਚੱਲਾਂਗੇ। 1772 ਤੋਂ 85 ਤੱਕ ਆ ਚੁੱਕੇ ਹਾਂ ਜੀ ਆਪਾਂ। ਅੱਗੇ ਹੁਣ 1786 ਤੋਂ 1793 ਵੈਰੀ ਇੰਪੋਰਟੈਂਟ ਹੈ ਜੀ ਇਹ ਲਾਰਡ ਕਾਰਨਵਾਲਿਸ। ਇਹਦੀ ਇੱਕ ਵੀ ਗੱਲ ਛੱਡਣ ਵਾਲੀ ਨਹੀਂ ਗੀ, ਪੇਪਰਾਂ ਦੇ ਵਿੱਚ ਐਗਜ਼ਾਮੀਨਰ ਇਹਦੇ ਨਾਲ ਸੰਬੰਧਿਤ ਪ੍ਰਸ਼ਨ ਪੁੱਛਦਾ ਹੁੰਦਾ ਹੈ। ਲਾਰਡ ਕਾਰਨਵਾਲਿਸ ਭਾਰਤ ਵਿੱਚ ਸਿਵਲ ਸੰਸਥਾਵਾਂ ਦਾ ਜਿਹੜਾ ਸੀਗਾ ਮੋਢੀ ਸੀ। ਇਹ ਸਿਵਲ ਸਰਵਿਸਿਜ਼ ਦਾ ਮੋਢੀ ਵੀ ਕਿਹਾ ਜਾਂਦਾ ਇਹਨੂੰ। ਭਾਰਤ ਵਿੱਚ ਸਿਵਲ ਸੇਵਾਵਾਂ ਦਾ ਸੰਸਥਾਪਕ। ਕਾਰਨਵਾਲਿਸ ਕੋਡ ਅਤੇ ਸਥਾਈ ਬੰਦੋਬਸਤ ਲਾਗੂ ਕਰਨ ਵਾਲਾ। ਸੋ ਕਾਰਨਵਾਲਿਸ ਕੋਡ ਨਾਂ ਦੀ ਇੱਕ ਇਹਨੇ ਪੁਸਤਕ ਜਾਰੀ ਕੀਤੀ ਸੀ। ਅਤੇ ਸਥਾਈ ਬੰਦੋਬਸਤ ਜਿਹੜਾ ਪਹਿਲਾਂ ਨਾ ਠੇਕੇਦਾਰੀ ਸਿਸਟਮ ਚੱਲਦਾ ਸੀਗਾ ਭੂਮੀ ਨੂੰ ਮਤਲਬ ਦੇਣ ਦਾ ਫਸਲਾਂ ਦੇ ਸੰਬੰਧ ਦੇ ਵਿੱਚ, ਇਹਨੇ ਸਥਾਈ ਬੰਦੋਬਸਤ ਸ਼ੁਰੂ ਕਰ ਦਿੱਤਾ ਗਿਆ ਸੀ। ਅਤੇ ਇਹਨੇ ਚੱਲਦੀਆਂ ਫਿਰਦੀਆਂ ਅਦਾਲਤਾਂ ਦੀ ਸਥਾਪਨਾ ਕੀਤੀ ਸੀਗੀ। ਕੰਪਨੀ ਦੇ ਅਧਿਕਾਰੀਆਂ ਦੇ ਵਿਅਕਤੀਗਤ ਵਪਾਰ 'ਤੇ ਰੋਕ ਲਗਾਉਣ ਵਾਲਾ। ਪਹਿਲਾਂ ਵੀ ਦੇਖੋ ਇਹਨੇ ਲਾਰਡ ਕਲਾਈਵ ਨੇ ਲਾਈ ਸੀ ਰੋਕ, ਇਹਨੇ ਵੀ ਲਾਈ ਵੀ ਮਤਲਬ ਆਪਦੇ ਪਰਸਨਲ ਪੱਧਰ 'ਤੇ ਅੰਗਰੇਜ਼ ਅਧਿਕਾਰੀ ਨੇ ਜਿਹੜੇ ਉਹ ਕੰਪਨੀ ਦੇ ਅਧਿਕਾਰੀ ਨੇ ਉਹ ਵਪਾਰ ਨਹੀਂ ਕਰ ਸਕਦੇ ਆਪਦੇ ਪੱਧਰ 'ਤੇ। ਸੋ 4 ਪ੍ਰਾਂਤਕ ਅਦਾਲਤਾਂ ਦਾ ਸੰਸਥਾਪਕ। ਅਗਲਾ ਦੇਖਦੇ ਹਾਂ ਜੀ, ਅਲੱਗ ਪੁਲਿਸ ਵਿਭਾਗ ਸ਼ੁਰੂ ਕਰਨ ਵਾਲਾ। ਇਹਨੇ ਅਲੱਗ ਪੁਲਿਸ ਵਿਭਾਗ ਸ਼ੁਰੂ ਕੀਤਾ ਗਿਆ ਸੀ। ਮਤਲਬ ਇੱਥੋਂ ਇਹ ਵੀ ਕਿਹਾ ਜਾਂਦਾ ਵੀ ਪੁਲਿਸ ਵਿਭਾਗ ਦੀ ਸਥਾਪਨਾ ਕਿਹਨੇ ਕੀਤੀ, ਸ਼ੁਰੂ ਕਿਹਨੇ ਕੀਤਾ। ਸੋ ਕਾਰਨਵਾਲਿਸ ਨੇ ਜੀ। ਪ੍ਰਸ਼ਾਸਨ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਾਲਾ। ਫੌਜਦਾਰੀ ਅਦਾਲਤਾਂ ਤੋਂ ਭਾਰਤੀ ਜੱਜਾਂ ਨੂੰ ਹਟਾਉਣ ਵਾਲਾ। ਇਹਨੇ ਆਹ ਕੰਮ ਬੜਾ ਭੈੜਾ ਕੀਤਾ ਸੀ ਜੀ। ਜਿਹੜੀਆਂ ਫੌਜਦਾਰੀ ਅਦਾਲਤਾਂ ਸੀ, ਜੇਕਰ ਉੱਥੇ ਕੋਈ ਭਾਰਤੀ ਮੂਲ ਦਾ ਜੱਜ ਹੁੰਦਾ ਸੀ ਤਾਂ ਉਹਨੂੰ ਇਹਨੇ ਹਟਾ ਦਿੱਤਾ ਸੀ। ਆਪਣੇ ਪ੍ਰਸ਼ਾਸਨਿਕ ਸੁਧਾਰਾਂ ਕਰਕੇ ਸਭ ਤੋਂ ਪ੍ਰਸਿੱਧ ਹੋਇਆ। ਇਹਨੇ ਬਹੁਤ ਸਾਰੇ ਚੰਗੇ ਕੰਮ ਵੀ ਕੀਤੇ ਸੀ, ਇਸੇ ਕਰਕੇ ਇਹ ਪ੍ਰਸਿੱਧ ਹੈ ਬੰਦਾ। ਟੀਪੂ ਸੁਲਤਾਨ ਦੇ ਵਿਰੁੱਧ ਤੀਜਾ ਅੰਗਰੇਜ਼ ਮੈਸੂਰ ਯੁੱਧ। ਦੇਖੋ ਪਹਿਲੇ 2 ਯੁੱਧ ਲੜੇ ਸੀਗੇ ਵਾਰਨ ਹੇਸਟਿੰਗ ਨੇ, ਤੀਜਾ ਯੁੱਧ ਮੈਸੂਰ ਦੇ ਵਿੱਚ ਟੀਪੂ ਸੁਲਤਾਨ ਦੇ ਨਾਲ ਇਹਨੇ ਲੜਿਆ ਸੀ ਅਤੇ ਯੁੱਧ ਇਹ ਜਿੱਤਿਆ ਸੀ। ਸ੍ਰੀ ਰੰਗਪਟਨਮ ਦੀ ਸੰਧੀ ਕੀਤੀ ਸੀ ਇਹਨੇ ਜੀ ਫਿਰ ਮੈਸੂਰ ਦੇ ਵਿੱਚ ਆ ਕੇ। ਸੋ ਉਹਨੂੰ ਆਪਣੇ ਕਬਜ਼ੇ 'ਚ ਲੈ ਲਿਆ ਸੀ। ਵੈਰੀ ਇੰਪੋਰਟੈਂਟ ਹੈ ਜੀ, ਆਪਾਂ ਸਾਰੇ ਇਹਦੇ ਫੈਕਟ ਦੱਸ ਚੁੱਕੇ ਹਾਂ। ਲਾਰਡ ਕਾਰਨਵਾਲਿਸ ਤੁਹਾਨੂੰ ਕਦੇ ਅਜਿਹੀ ਸਥਿਤੀ ਦੇ ਵਿੱਚ ਅਜਿਹੇ ਸਿਸਟਮ ਦੇ ਹਿਸਾਬ ਨਾਲ ਲਾਰਡ ਨਹੀਂ ਕਰਵਾਏ ਹੋਣੇ ਕਦੇ ਵੀ ਕਿਸੇ ਨਾਲ, ਤੁਹਾਨੂੰ ਇੱਕ ਵਾਰੀ ਥੋੜ੍ਹਾ ਜਿਹਾ ਔਖਾ ਲੱਗੂਗਾ, ਪਰ ਇਹ ਤੁਹਾਡੇ ਪ੍ਰਸ਼ਨਾਂ ਨੂੰ ਕਵਰ ਕਰਨਗੇ। ਇਹਨਾਂ ਨਾਲ ਸੰਬੰਧਿਤ ਪ੍ਰਸ਼ਨ ਜ਼ਰੂਰ ਆ ਜਾਂਦੇ ਨੇ। ਜਿਹੜਾ ਹਿਸਾਬ ਹੁਣ ਚੱਲ ਰਿਹਾ ਹੈਗਾ, ਪੋਸਟਾਂ ਜ਼ਿਆਦਾ ਆਈਆਂ ਹੋਈਆਂ ਨੇ, ਐਗਜ਼ਾਮੀਨਰ ਵੱਧ ਤੋਂ ਵੱਧ ਔਖੀ ਜਿਹੜੀ ਹੈ GK ਪਾਉਣ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ ਪਹਿਲਾਂ ਪੇਪਰ ਬਹੁਤ ਹੋ ਚੁੱਕੇ ਨੇ, ਉਹਨਾਂ ਦੇ ਵਿੱਚ ਪ੍ਰਸ਼ਨ ਆ ਚੁੱਕੇ ਹੁੰਦੇ ਨੇ, ਸਟੂਡੈਂਟ ਉਹਨਾਂ ਨੂੰ ਕਵਰ ਕਰ ਲੈਂਦੇ ਨੇ। ਸੋ ਇਹਨੂੰ ਥੋੜ੍ਹਾ ਡੂੰਘਾਈ ਦੇ ਵਿੱਚ ਸਮਝਣ ਦੀ ਲੋੜ ਹੈ। ਮਾਡਰਨ ਹਿਸਟਰੀ ਦੇ ਨਾਲ ਸੰਬੰਧਿਤ ਆਪਣਾ ਅੱਜ ਦਾ ਚੈਪਟਰ ਵੈਰੀ ਇੰਪੋਰਟੈਂਟ ਹੈ। ਸੋ ਆਪਾਂ ਬੜਾ ਮਤਲਬ ਇਹਨੂੰ ਧਿਆਨ ਦੇ ਨਾਲ ਕਵਰ ਕਰ ਰਹੇ ਹਾਂ। ਆਪਾਂ ਦੁਬਾਰੇ ਇਹਨੂੰ ਸ਼ੁਰੂ ਕਰ ਦਿੰਦੇ ਹਾਂ। ਮਤਲਬ ਲਾਰਡ ਕਾਰਨਵਾਲਿਸ ਦੀਆਂ ਮੋਟੀਆਂ ਜਿਹੀਆਂ ਗੱਲਾਂ, ਇੱਕ ਤਾਂ ਸਿਵਲ ਸਰਵਿਸ ਦਾ ਮੋਢੀ ਇਹ ਯਾਦ ਰੱਖਣਾ, ਚੱਲਦੀਆਂ ਫਿਰਦੀਆਂ ਅਦਾਲਤਾਂ ਵਾਲਾ ਇਹ ਗੱਲ ਯਾਦ ਰੱਖਣਾ। ਇੱਕ ਇਹਨੇ ਪੰਜਾਬ ਪੁਲਿਸ ਦੀ ਮਤਲਬ ਪੁਲਿਸ ਦੀ ਸਥਾਪਨਾ ਕੀਤੀ ਸੀ, ਪੁਲਿਸ ਵਿਭਾਗ ਦੀ ਸਥਾਪਨਾ ਕੀਤੀ ਸੀ। ਇਹ ਗੱਲਾਂ ਸੀਗੀਆਂ। ਕਾਰਨਵਾਲਿਸ ਕੋਡ ਇਹਦੀ ਮਸ਼ਹੂਰ ਕਿਤਾਬ ਸੀ ਜੀ, ਇਹਨੇ ਲਿਖੀ ਸੀ।
ਚੱਲਦੀਆਂ ਫਿਰਦੀਆਂ ਅਦਾਲਤਾਂ ਵਾਲਾ ਸਥਾਈ ਬੰਦੋਬਸਤ ਸ਼ੁਰੂ ਕੀਤਾ ਸੀ, ਇਹ ਵੀ ਇਹਦੇ ਨਾਲ ਸੰਬੰਧਿਤ ਹੈ ਦੋਸਤੋ। ਸੋ ਇਸੇ ਤਰ੍ਹਾਂ ਤੁਸੀਂ ਸਾਰਾ ਇਹ ਦੁਆਰੇ ਪੜ੍ਹ ਲੈਣਾ ਗਾ। ਅਗਲਾ ਦੇਖਦੇ ਹਾਂ ਜੀ, ਲਾਰਡ ਵੈਲਜ਼ਲੀ 1798 ਤੋਂ 1805 ਤੱਕ। ਲਾਰਡ ਵੈਲਜ਼ਲੀ ਵੈਰੀ ਇੰਪੋਰਟੈਂਟ ਹੈ ਜੀ। ਲਾਰਡ ਵੈਲਜ਼ਲੀ ਦੀਆਂ ਜਿਹੜੀਆਂ ਗੱਲਾਂ ਬਾਤਾਂ ਸੀਗੀਆਂ ਉਹ ਮਸ਼ਹੂਰ ਨੇਗੀਆਂ। ਸਹਾਇਕ ਸੰਧੀ ਦਾ ਨਿਰਮਾਤਾ ਕਿਹਾ ਇਹਨਾਂ ਨੇ। ਸਹਾਇਕ ਸੰਧੀ ਸ਼ੁਰੂ ਕੀਤੀ ਸੀ। ਸਹਾਇਕ ਸੰਧੀ ਮਤਲਬ ਇਹਨੇ ਇੱਕ ਪ੍ਰਸਤਾਵ ਰੱਖਿਆ ਰਾਜਿਆਂ ਦੇ ਸਾਹਮਣੇ, ਘਰਾਣਿਆਂ ਦੇ ਸਾਹਮਣੇ, ਰਿਆਸਤਾਂ ਦੇ ਸਾਹਮਣੇ, ਸਹਾਇਕ ਸੰਧੀ ਦਾ ਵੀ ਤੁਸੀਂ ਸਾਡੇ ਨਾਲ ਮਿਲ ਕੇ ਚਲੋ, ਅਸੀਂ ਤੁਹਾਨੂੰ ਅੰਗਰੇਜ਼ੀ ਸਾਮਰਾਜ ਦੇ ਵੱਲੋਂ ਇਸ ਤਰ੍ਹਾਂ ਦੀਆਂ ਫੈਸਿਲਿਟੀਆਂ ਦੇਵਾਂਗੇ ਅਤੇ ਤੁਸੀਂ ਸਾਡੀ ਅਧੀਨਤਾ ਸਵੀਕਾਰ ਕਰ ਲਓ। ਸੋ ਇਹਨੇ ਸਹਾਇਕ ਸੰਧੀ ਸ਼ੁਰੂ ਕੀਤੀ ਸੀ। ਅਗਲਾ ਦੇਖਦੇ ਹਾਂ ਇਹਦੇ ਵਿੱਚ ਟੀਪੂ ਸੁਲਤਾਨ ਨਾਲ ਚੌਥਾ ਅੰਗਰੇਜ਼। ਸੋ ਆਪਾਂ ਤੁਹਾਨੂੰ ਗਲਤ ਥੋੜ੍ਹਾ ਜਿਹਾ ਕਰਾ ਗਏ ਸੀ, ਵਿੱਚ 3 ਯੁੱਧ ਨਹੀਂ ਹੋਏ ਮੈਸੂਰ ਦੇ ਨਾਲ, ਟੀਪੂ ਸੁਲਤਾਨ ਦੇ ਨਾਲ 4 ਹੋਏ। ਬਾਕੀ ਆਪਾਂ ਉਹਨੂੰ ਥੋੜ੍ਹਾ ਜਿਹਾ ਖੋਲ੍ਹ ਕੇ ਟੀਪੂ ਸੁਲਤਾਨ ਨੂੰ ਪੜ੍ਹਾ ਦਾਂਗੇ, ਤੁਹਾਨੂੰ ਥੋੜ੍ਹਾ ਸਕਿਪ ਹੋ ਜਾਂਦੀ ਹੈ ਦਿਮਾਗ 'ਚੋਂ ਗੱਲ। ਚੌਥਾ ਯੁੱਧ ਵੀ ਹੋਇਆ ਸੀ ਮੈਸੂਰ ਯੁੱਧ। ਸੋ ਇਹ ਇਸੇ ਨਹੀਂ ਮਤਲਬ ਲਾਰਡ ਵੈਲਜ਼ਲੀ ਨੇ ਹੀ ਮਤਲਬ ਚੌਥਾ ਯੁੱਧ ਹੈ ਜਿਹੜਾ ਉਹ ਜਿੱਤਿਆ ਸੀ, ਜਿਹੜਾ ਮੈਸੂਰ ਦੇ ਵਿੱਚ ਟੀਪੂ ਸੁਲਤਾਨ ਨਾਲ ਹੋਇਆ ਸੀ। ਇੱਥੋਂ ਤੁਸੀਂ ਰਿਲੇਟ ਕਰ ਲੈਣਾ ਇਹ ਗੱਲ। ਮੈਸੂਰ ਦਾ ਚੌਥਾ ਯੁੱਧ ਲੜਨ ਵਾਲਾ। ਮਰਾਠਿਆਂ ਨਾਲ ਦੂਜਾ ਅੰਗਰੇਜ਼ ਮਰਾਠਾ ਯੁੱਧ। ਬੇਸਨ ਦੀ ਸੰਧੀ ਹੋਈ ਸੀ, ਵੈਰੀ ਇੰਪੋਰਟੈਂਟ ਹੈ ਜੀ, ਇਸੇ ਨੇ ਕੀਤੀ ਸੀ ਲਾਰਡ ਵੈਲਜ਼ਲੀ ਨੇ। ਬ੍ਰਿਟਿਸ਼ ਅਧਿਕਾਰੀਆਂ ਨੂੰ ਟ੍ਰੇਨਿੰਗ ਦੇਣ ਲਈ ਕਲਕੱਤਾ ਵਿੱਚ ਫੋਰਟ ਵਿਲੀਅਮ ਕਾਲਜ ਦੀ ਸਥਾਪਨਾ ਕੀਤੀ। ਵੈਰੀ ਇੰਪੋਰਟੈਂਟ ਪੁਆਇੰਟ ਹੈ ਜੀ ਇਹਦਾ। ਲਾਰਡ ਵੈਲਜ਼ਲੀ ਨੇ ਕਾਲਜ ਦੀ ਸਥਾਪਨਾ ਕੀਤੀ। ਕਿਹੜੇ ਕਾਲਜ ਦੀ? ਫੋਰਟ ਵਿਲੀਅਮ ਕਾਲਜ ਦੀ। ਇਹ ਕਲਕੱਤਾ ਦੇ ਵਿੱਚ ਕਰੀ ਸੀ। ਇਹ ਵੀ ਤੁਸੀਂ ਯਾਦ ਰੱਖਿਆ, ਲਿਖਿਆ ਹੀ ਪਿਆ ਆਪਣਾ ਇੱਥੇ ਕਲਕੱਤਾ। ਕਾਹਦੇ ਵਾਸਤੇ? ਇਹ ਬ੍ਰਿਟਿਸ਼ ਅਧਿਕਾਰੀ ਹੁੰਦੇ ਸੀ ਜਿਹੜੇ ਉਹਨਾਂ ਨੂੰ ਟ੍ਰੇਨਿੰਗ ਦੇਣ ਲਈ ਇਹ ਕੀਤੀ ਸੀ। ਸੋ ਇਸ ਤਰੀਕੇ ਨਾਲ ਤੁਸੀਂ ਲਾਰਡ ਵੈਲਜ਼ਲੀ ਦੀ ਸਹਾਇਕ ਸੰਧੀ ਯਾਦ ਰੱਖਣੀ ਹੈਗੀ, ਅਤੇ ਇਹ ਕਲਕੱਤਾ ਵਾਲਾ ਜਿਹੜਾ ਫੋਰਟ ਵਿਲੀਅਮ ਕਾਲਜ ਆ ਇਹ ਯਾਦ ਰੱਖਣਾ। ਬਾਕੀ ਸਾਰਾ ਇਹਦਾ ਕੋਈ ਇੰਨਾ ਖਾਸ ਨਹੀਂ। ਸਹਾਇਕ ਸੰਧੀ ਦਾ ਨਿਰਮਾਤਾ ਅਤੇ ਫੋਰਟ ਵਿਲੀਅਮ ਕਾਲਜ ਖੋਲ੍ਹਣ ਵਾਲਾ, ਬ੍ਰਿਟਿਸ਼ ਅਧਿਕਾਰੀਆਂ ਨੂੰ ਟ੍ਰੇਨਿੰਗ ਦੇਣ ਲਈ ਲਾਰਡ ਵੈਲਜ਼ਲੀ ਦਾ ਸਮਾਂ ਸੀ 1798 ਤੋਂ 1805। ਅਗਲਾ ਦੇਖਦੇ ਹਾਂ ਜੀ, ਲਾਰਡ ਹੇਸਟਿੰਗਸ। ਸੋ 1813 ਤੋਂ ਲੈ ਕੇ 1823 ਈਸਵੀ ਤੱਕ ਇਹਨੇ ਕੰਮ ਕੀਤਾ ਭਾਰਤ ਦੇ ਵਿੱਚ ਬ੍ਰਿਟਿਸ਼ ਇੰਡੀਆ ਕੰਪਨੀ ਦੇ ਅਧੀਨ। ਲਾਰਡ ਹੇਸਟਿੰਗਸ ਨੇਪਾਲ ਦੇ ਨਾਲ ਸੰਗੋਈ ਦੀ ਸੰਧੀ ਕਰਨ ਵਾਲਾ, ਪ੍ਰੈਸ 'ਤੇ ਲੱਗੀ ਰੋਕ ਹਟਾਉਣ ਵਾਲਾ। ਮੇਨ ਪੁਆਇੰਟ ਇਹਦਾ ਇਹੀ ਹੈ ਜੀ, ਪ੍ਰੈਸ 'ਤੇ ਰੋਕ ਲੱਗੀ ਹੋਈ ਸੀ ਜਿਹੜੀ ਉਹ ਹਟਾ ਦਿੱਤੀ ਸੀ। ਪਿੰਡਾਰੀਆਂ ਦਾ ਦਮਨ ਕਰਨ ਵਾਲਾ। ਉਦੋਂ ਪਿੰਡਾਰੀ ਹੁੰਦੇ ਸੀ ਜਿਹੜੇ ਕਬੀਲਿਆਂ ਦੇ ਵਿੱਚ ਰਹਿੰਦੇ ਹੁੰਦੇ ਸੀ, ਬੜੇ ਮਤਲਬ ਘਾਤਕ ਸੀ ਬੰਦੇ ਉਹ। ਤੁਸੀਂ ਨਾ ਇੱਕ ਫਿਲਮ ਦੇਖੀ ਹੋਊਗੀ, ਸਲਮਾਨ ਖਾਨ ਦੀ ਫਿਲਮ ਆਈ ਸੀ ਵੀਰ ਕਰਕੇ, ਵੀਰ ਨਾਂ ਦੇ ਨਾਲ ਸੰਬੰਧਿਤ ਉਹਦੀ ਫਿਲਮ ਆਈ ਸੀ। ਉਹਦੇ ਵਿੱਚ ਪਿੰਡਾਰੀ ਸ਼ੋਅ ਕਰਵਾਏ ਗਏ ਨੇ, ਪਿੰਡਾਰੀ ਦਿਖਾਏ ਗਏ ਨੇ, ਮਤਲਬ ਸਲਮਾਨ ਖਾਨ ਪਿੰਡਾਰੀਆਂ ਦਾ ਮੁੰਡਾ ਦਿਖਾਇਆ ਗਿਆ। ਉਹ ਬੜੇ ਖਤਰਨਾਕ, ਬੜੇ ਯੋਧੇ ਬੰਦੇ ਹੁੰਦੇ ਸੀ। ਸੋ ਉਹਨਾਂ ਦਾ ਦਮਨ ਕੀਤਾ ਸੀ, ਉਹਨਾਂ ਨੂੰ ਇਹਨੇ ਹਰਾਇਆ ਸੀਗਾ ਵਾਰਨ ਹੇਸਟਿੰਗਸ ਨੇ। ਮਰਾਠਿਆਂ ਦੀ ਸਖਤੀ ਨੂੰ ਖਤਮ ਕਰਨ ਵਾਲਾ ਜੀ। ਤੀਜਾ ਅੰਗਰੇਜ਼ ਮਰਾਠਾ ਯੁੱਧ ਜਿੱਤਣ ਵਾਲਾ। ਸੋ ਇਸੇ ਤਰ੍ਹਾਂ ਮਰਾਠਿਆਂ ਨਾਲ ਯੁੱਧ ਲੜੇ ਸੀ ਇਹਨੇ, ਤੀਜਾ ਮਰਾਠਾ ਅੰਗਰੇਜ਼ ਯੁੱਧ ਜਿੱਤਿਆ ਸੀ। ਸੋ ਮੇਨ ਇਹਦਾ ਲਾਰਡ ਹੇਸਟਿੰਗ ਦਾ ਮੇਨ ਇਹੀ ਹੈ ਜੀ, ਇੱਕ ਤਾਂ ਇਹਨੇ ਪ੍ਰੈਸ 'ਤੇ ਲੱਗੀ ਰੋਕ ਹੈ ਜਿਹੜੀ ਹਟਾ ਦਿੱਤੀ ਸੀ, ਅਤੇ ਇੱਕ ਇਹ ਪਿੰਡਾਰੀਆਂ ਦਾ ਦਮਨ ਕੀਤਾ ਸੀ ਜਿਹਨੇ ਲਾਰਡ ਹੇਸਟਿੰਗਸ ਨੇ। ਅਗਲਾ ਦੇਖਦੇ ਹਾਂ ਜੀ। ਸੋ ਇਹ ਆਪਾਂ ਅੱਜ ਨਹੀਂ ਕਰਾਂਗੇ ਦੋਸਤੋ, ਅੱਗੇ ਆਪਣੇ ਟਾਈਪ ਕਰਨ ਵਾਲੇ ਆ, ਆਪਾਂ ਸਾਰੇ ਤੁਹਾਨੂੰ ਇਹ ਲਾਰਡ ਨੇ ਜਿਹੜੇ ਮਸ਼ਹੂਰ ਨੇ ਅੰਗਰੇਜ਼ੀ ਸਾਮਰਾਜ ਦੇ ਵਿੱਚ ਆਉਂਦੇ ਨੇ। ਸੋ ਇਹਨਾਂ ਨੇ ਕੀ ਕੰਮ ਕੀਤੇ, ਕੀ ਚੰਗੇ ਕੀ ਮਾੜੇ ਕੰਮ ਕੀਤੇ, ਜਿਵੇਂ ਵੀ ਇਹਨਾਂ ਦਾ ਸਾਮਰਾਜ ਦੇ ਵਿੱਚ ਰਿਹਾ ਹਿੱਸਾ ਅੰਗਰੇਜ਼ੀ ਸਾਮਰਾਜ ਦੇ ਵਿੱਚ, ਉਹ ਤੁਹਾਨੂੰ ਸਾਰਾ ਕਵਰ ਕਰਵਾਵਾਂਗੇ। ਇਹ ਬਿਲਕੁਲ ਨਹੀਂ ਛੱਡਣੀ ਤੁਸੀਂ ਵੀਡੀਓ, ਇਹਨੂੰ ਕਵਰ ਕਰਦੇ ਰਹੋ। ਕੱਲ੍ਹ ਨੂੰ ਆਪਾਂ ਇਸ ਤੋਂ ਜ਼ਿਆਦਾ ਲੈ ਕੇ ਆਵਾਂਗੇ। ਸੋ ਸਾਰੇ ਕਵਰ ਕਰਵਾ ਦਾਂਗੇ ਤੁਹਾਡੇ। ਸੋ ਸ਼ੇਅਰ ਕਰ ਦਿਓ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ। ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ। ਸੋ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।